हाँ जी, वाहिगुरू जी का खालसा वाहिगुरू जी की फतेह। अज जिहड़ी गलबात अपनी हैगी आ किसानी मुद्दे बारे जिहड़ा मुद्दा भखिया होया है ते किसान जथेबंदियां ते किसान बंदे मुंडे अपने जिहड़े किसान आ ते ओह दिल्ली नूं गए आ कि दिल्ली घेरन गए आ ते वड्डी पद्धर ते गए आ ते अपनी जिहड़ी गलबात है सारी धरनिਆਂ ਦੇ अकॉर्डिंग आ कुछ ਜ਼ਿਮੀਂਦਾਰਾਂ ਦੇ ढंग जिन किसानी बारे आ ਤੇ ਆਪਾਂ ਕਿਉਂਕਿ ਸਾਰੀ ਜਿਹੜੀ ਹੈਗੀ ਆਪਾਂ ਅੱਗੇ ਵੇਖਦੇ ਵੀ ਸਾਰੀ ਲੋਕ ਲੜ ਜਿੰਨੀ ਵੀ ਆਪਣੇ ਪੰਜਾਬ ਦੀ ਖਾਸ ਕਰਕੇ ਉਹ ਸਾਰੀ ਕਿਸਾਨਾਂ ਦੇ ਹੱਕ 'ਚ ਖੜੀ ਆ ਤੇ ਆਪਾਂ ਜਿਹੜੀ ਗੱਲ ਕਰਨੀ ਥੋੜੀ ਡਿਫਰੈਂਟ ਕਰਨੀ ਆ। ਆਪਾਂ ਸ਼ੁਰੂ ਕਰਦੇ ਹਾਂ ਗੱਲ ਜਿੰਨੀ ਹੋ ਸਕੀ ਮੈਂ ਹੋਈ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ। ਮੈਂ ਬਾਹਲਾ ਨਹੀਂ ਮੈਨੂੰ ਪਤਾ ਮੈਨੂੰ ਮੋਟੀ ਮੋਟਾ ਪਤਾ ਜਿਹੜੀ ਕਿ ਜਿਵੇਂ ਕਹੀਏ ਬਾਹਲੇ ਤੱਥ ਨਹੀਂ ਹੈਗੇ ਵੀ ਬੰਦੇ ਜਦੋਂ ਮੈਂ ਤੱਥ ਨੂੰ ਦੇਵਾਂ ਮੋਟੀ ਮੋਟੀ ਗੱਲ ਦਾ ਪਤਾ ਤੇ ਮੋਟੀ ਮੋਟੀ ਗੱਲ ਦੀ ਆਧਾਰ 'ਤੇ ਹੀ ਆਪਾਂ ਜਿਹੜੀ ਗੱਲ ਕਰਾਂਗੇ ਤੇ ਮੋਟੀ ਮੋਟੀ ਗੱਲ ਸਭ ਨੂੰ ਪਤਾ ਹੋਊ ਸਮਝ ਆ ਜੂ ਤੁਹਾਨੂੰ ਗੱਲ ਵੀ ਕੀ ਹੋ ਰਿਹਾ। ਦੇਖੋ ਜਦੋਂ ਨਾ ਗੱਲ ਕਰਦੇ ਆਪਾਂ ਜ਼ਿਮੀਂਦਾਰੀ ਦੀ ਕਿਸਾਨਾਂ ਦੀ ਤਾਂ ਜਿਹੜਾ ਕਿਸਾਨ ਆ ਤੁਸੀਂ ਇੱਕ ਗੱਲ ਉਹਦੇ ਮੂੰਹੋਂ ਸੁਣੋਗੇ ਵੀ ਯਾਰ ਜ਼ਿਮੀਂਦਾਰੀ 'ਚ ਪੱਲੇ ਕੁਛ ਨਹੀਂ ਸਾਡੇ। ਤੁਸੀਂ ਪੁੱਛੋਗੇ ਕਿਉਂ ਤੇ ਪਤਾ ਕੀ ਆਖੂਗਾ ਕਹੂਗਾ ਯਾਰ ਵੀ 6 ਮਹੀਨੇ ਖੇਤੀ ਕਰੀਦੀ ਆ ਜਾਨ ਤੋੜ ਕੇ ਲਾਈ ਦਾ ਵੱਢ ਵਢਾ ਕੇ ਅਗਲੇ ਦੇ ਅੱਗੇ ਸਿੱਟ ਦਈਦੇ ਉਸ ਤੋਂ ਬਾਅਦ ਮਤਲਬ ਅਗਲਾ ਕੀ ਰੇਟ ਲਾਉਂਦਾ ਨਹੀਂ ਲਾਉਂਦਾ ਬਸ ਗੱਲ ਖਤਮ। ਮਤਲਬ ਬੁਰਾ ਹਾਲ ਆ ਜੀ ਕਹੂਗਾ ਸੈਟਿਸਫਾਈ ਨਹੀਂ ਹੈਗੇ ਅਸੀਂ। ਮਤਲਬ ਕੀ ਆ ਵੀ ਜਿਹੜਾ ਪੁਰਾਣਾ ਸਿਸਟਮ ਜਿਹੜਾ ਅਸੀਂ ਅੱਜ ਸਾਡਾ ਸਿਸਟਮ ਹੈਗਾ ਅਸੀਂ ਉਹ ਤੋਂ ਵੀ ਨਾਖੁਸ਼ ਹਾਂ ਕਿਉਂਕਿ ਆੜਤ ਸਿਸਟਮ ਚੱਲਦਾ ਆੜਤ ਤੋਂ ਬੰਦਾ ਪੈਸੇ ਲੈ ਕੇ ਆਉਂਦਾ ਵਰਤਦਾ ਅਤੇ ਮੰਡੀ ਦਾ ਸਿਸਟਮ ਆ ਸਾਡਾ ਮੰਡੀ ਅਸੀਂ ਜਾਂਦੇ ਹਾਂ ਝੋਨਾ ਵੇਚ ਕੇ ਆਉਂਦੇ ਹਾਂ ਪਰ ਫਿਰ ਵੀ ਜਾਣੀ ਕਿ ਕਹਿ ਲਈਏ ਆਪਾਂ ਵੀ ਜਿਹੜਾ ਸਿਸਟਮ ਸਾਡਾ ਅੱਜ ਬਣਿਆ ਹੋਇਆ ਨਾ ਉਹ ਸਿਸਟਮ ਤੋਂ ਵੀ ਬੰਦਾ ਨਾਖੁਸ਼ ਹੈ ਕਿਉਂਕਿ ਇੱਕ ਤਾਂ ਉੱਥੇ ਮੰਡੀ 'ਚ ਲੁੱਟ ਬਹੁਤ ਹੁੰਦੀ ਬੰਦੇ ਦੀ ਤੋਲ ਦੇ ਵਿੱਚ ਕਹਿ ਲਈਏ ਆਪਾਂ ਝਾਰ ਦੇ ਵਿੱਚ ਝਾਰ ਲਾਉਂਦੇ ਆ ਉਹਨਾਂ ਸਿਸਟਮ ਪੂਰਾ ਬਣਿਆ ਹੋਇਆ ਉੱਥੇ ਮੰਡੀ 'ਚ ਜਿਹੜਾ ਆੜਤ ਸਿਸਟਮ ਦਾ ਸਿਸਟਮ ਉੱਤੋਂ ਲੈ ਕੇ ਥੱਲੇ ਤੱਕ ਸਾਰਾ ਬਣਿਆ ਹੋਇਆ ਕਿਉਂਕਿ ਉਹਨਾਂ ਦੇ ਮੁਨੀਮ ਹੁੰਦੇ ਜਿਹੜੇ ਆੜਤੀਆਂ ਦੇ ਰੱਖੇ ਉਹ ਮੁਨੀਮ ਥੱਲੇ ਤੱਕ ਕਰਦੇ ਗੱਲ ਜਿਹੜੇ ਝਾਰ ਨਹੀਂ ਲਾਉਂਦੀਆਂ ਬੜੀਆਂ ਹੁੰਦੀਆਂ ਉਹਨਾਂ 'ਤੇ ਉਹਨਾਂ ਦੇ ਸਿਸਟਮ ਬਣਿਆ ਹੋਇਆ ਉਹਨਾਂ ਤੋਂ ਕਮਿਸ਼ਨ ਲੈਣਾ ਗਾਂ ਤੋਂ ਕਮਿਸ਼ਨ ਲੈਣਾ ਐਂ ਸਭ ਕੁਝ ਚੱਲਦਾ ਉਹਨਾਂ ਦਾ ਮਤਲਬ ਕਿ ਸਾਰੀ ਲੁੱਟ ਖਸੁੱਟ ਕਿਸਾਨ 'ਤੇ ਪੈਂਦੀ ਆ ਕਿ ਇੱਕ ਆਪਾਂ ਵਧੀਆ ਨਹੀਂ ਕਹਿ ਸਕਦੇ ਵੀ ਮੰਡੀ ਦਾ ਸਿਸਟਮ ਜੇ ਕਹਿ ਕੋਈ ਵੀ ਮੰਡੀ ਦਾ ਸਿਸਟਮ ਵਧੀਆ ਹਰੇਕ ਬੰਦਾ ਮੰਡੀ ਜਾਣ ਤੋਂ ਜੇ ਬੰਦੇ ਨੂੰ ਮੈਂ ਸੋਚਦਾ ਮੈਂ ਆਪਣੇ ਤੌਰ 'ਤੇ ਜ਼ਿਮੀਂਦਾਰ ਬੰਦਾ ਵੀ ਜੇ ਮੈਨੂੰ ਮੰਡੀ 'ਚ ਨਾ ਜਾਣਾ ਪਵੇ ਨਾ ਤਾਂ ਸਿੱਧੀ ਫਸਲ ਲਾ ਕੇ ਤੋਲਣੀ ਵੱਡਾ ਕੰਡਾ ਕਰਾ ਕੇ ਤੋਲਣੀ ਅਤੇ ਮੈਂ ਬੈਨੀਫਿਟ ਕਹਿੰਦਾ ਇਸ ਗੱਲ ਨੂੰ ਵਧੀਆ ਕਹਿੰਦਾ ਵੀ ਯਾਰ ਵੀ ਮੈਂ ਸੋਚਦਾ ਵੀ ਪਾਉਂਦੇ ਮੈਨੂੰ ਕਾਟਦੇ ਨਹੀਂ ਪਵੇ ਆਪਣੇ ਤੌਰ 'ਤੇ ਅਤੇ ਮੈਂ ਸੋਚਦਾ ਠੀਕ ਆ ਯਾਰ ਵੀ ਮੈਨੂੰ ਬੈਨੀਫਿਟ ਆ। ਸਾਡੇ ਬੰਦੇ ਕਈ ਨਾ ਮਤਲਬ ਝੋਨਾ ਲਾ ਕੇ ਵੀ ਆਉਂਦੇ ਆ 4-4 ਕਿੱਲੋ ਕਾਟ 'ਤੇ ਲਾ ਕੇ ਆਉਂਦੇ ਆ ਬੰਦੇ ਫਿਰ ਵੀ ਸੈਟਿਸਫਾਈ ਹੁੰਦੇ ਵੀ ਠੀਕ ਆ ਯਾਰ ਘੱਟੋ ਘੱਟ ਸੌਖਾ ਤਾਂ ਨਾ ਕੰਮ ਵੀ ਉੱਥੇ ਖੱਜਲ ਖੁਆਰੀ ਨਾਲ ਸੌਖਾ ਨਾ। ਗੱਲ ਕਰਦੇ ਆਪਾਂ ਸੀਗਾ ਮੈਂ ਸਿਸਟਮ ਦੀ ਵੀ ਜਿਹੜਾ ਸਿਸਟਮ ਆ ਨਾ ਮਤਲਬ ਜਿਹੜਾ ਹੁਣ ਵਾਲਾ ਸਿਸਟਮ ਉਹਦੇ ਨੂੰ ਵੀ ਸੈਟਿਸਫਾਈ ਨਹੀਂ ਅਸੀਂ। ਅੱਛਾ ਹੁਣ ਕੀ ਹੋਇਆ ਕਿ ਗੌਰਮੈਂਟ ਇੱਕ ਸਿਸਟਮ ਨਵਾਂ ਲੈ ਕੇ ਆਈ ਉਹਦੇ ਵਾਸਤੇ ਵੀ ਆਪਣੇ ਬੰਦੇ ਐਗਰੀ ਨਹੀਂ ਉਹਦੇ ਨਾਲ ਵੀ ਨਹੀਂ ਅਸੀਂ ਨਹੀਂ ਪਸੰਦ ਅਸੀਂ ਕਹਿੰਦੇ ਅਸੀਂ ਪੁਰਾਣਾ ਸਿਸਟਮ ਹੀ ਰੱਖਣਾ। ਚਲੋ ਆਪਾਂ ਮੰਨਦੇ ਹਾਂ ਇਸ ਗੱਲ ਨੂੰ ਵੀ ਹੋ ਸਕਦਾ ਯਾਰ ਉਹ 'ਚ ਵੀ 100 ਖਾਮੀਆਂ ਹੋਣਗੀਆਂ ਨਹੀਂ ਸਹੀ ਹੋਣਾ ਠੀਕ ਆ ਗੱਲ ਤੁਹਾਡੀ ਪਰ ਅਸੀਂ ਮਤਲਬ ਮੈਂ ਆਪਣਾ ਗੱਲ ਜਿਹੜਾ ਕਰਨਾ ਆਇਆ ਵੀ ਜਿਹੜੇ ਅਸੀਂ ਧਰਨੇ ਲਾ ਰਹੇ ਹਾਂ ਅਸੀਂ ਅੱਜ ਧਰਨਾ ਅਸੀਂ ਤਾਂ ਲਾ ਰਹੇ ਹਾਂ ਵੀ ਉਸ ਬਿੱਲ ਨੂੰ ਵਾਪਸ ਕੀਤਾ ਜਾਵੇ ਹੈ ਨਾ ਅਤੇ ਪੁਰਾਣਾ ਸਿਸਟਮ ਲਾਗੂ ਕੀਤਾ ਜਾਵੇ। ਸਾਡਾ ਧਰਨਾ ਮੇਨ ਲਾਉਣ ਦਾ ਕਰਨਾ ਕਿਸਾਨ ਜਥੇਬੰਦੀਆਂ ਦਾ ਇਹੀ ਕਰਨਾ ਵੀ ਪੁਰਾਣਾ ਸਿਸਟਮ ਹੀ ਰਹਿਣ ਦਿੱਤਾ ਜਾਵੇ ਉਹ ਮਤਲਬ ਉਹਨੂੰ ਨਾ ਲਾਗੂ ਕੀਤਾ ਜਾਵੇ। ਪਰ ਗੱਲ ਇਹ ਆ ਵੀ ਗੱਲ ਜਿਹੜੀ ਮੈਂ ਆਪਾਂ ਕਰਨੀ ਨਾ ਗੱਲ ਇਹ ਹੈ ਵੀ ਦੇਖੋ ਜੇ ਤਾਂ ਅਸੀਂ ਚਾਹੁੰਦੇ ਸਾਡਾ ਧੰਦਾ ਕਿਸਾਨੀ ਹੈ ਅਸੀਂ ਖੇਤੀ ਕਰਨਾ ਚਾਹੁੰਦੇ ਹਾਂ ਖੇਤੀ ਨੂੰ ਲਾਹੇਵੰਦ ਬਣਾਉਣਾ ਚਾਹੁੰਦੇ ਹਾਂ ਫਿਰ ਤਾਂ ਸਾਨੂੰ ਘੱਟੋ ਘੱਟ ਇਹ ਸੋਚਣਾ ਹੀ ਪੈਣਾ ਵੀ ਅਸੀਂ ਇਹਨੂੰ ਅਪਡੇਟ ਕਿਵੇਂ ਕਰੀਏ ਕਿਉਂਕਿ ਜੇ ਤਾਂ ਦੇਖੋ ਜੇ ਤਾਂ ਇੰਝ ਹੀ ਚੱਲੀ ਗਿਆ ਜਿਵੇਂ ਮੈਂ ਅੱਗੇ ਵੇਖਣਾ ਵੀ ਅਸੀਂ ਆਹੀ ਸਿਸਟਮ ਚੱਲੀ ਗਿਆ ਆਪਾਂ ਹੋਰ ਕਰ ਲਈਏ ਜੇ ਝੋਨਾ ਹੀ ਆਪਾਂ ਲਾਈ ਜਾਂਦੇ ਅਸੀਂ ਜ਼ਿਮੀਂਦਾਰ ਬੰਦੇ ਝੋਨਾ ਲਾਈ ਜਾਂਦੇ 10 ਸਾਲ ਤੋਂ ਬਾਅਦ ਝੋਨਾ ਤਾਂ ਲੱਗਣਾ ਹੀ ਨਹੀਂ ਗਾ। ਅੱਛਾ ਜਿਹੜੀ ਕਣਕ ਹੈ ਕਣਕ ਦੀ ਗੱਲ ਆਪਾਂ ਕਰਦੇ ਹਾਂ ਝੋਨਾ ਕਣਕ ਦਾ ਸਾਰਾ 10 ਸਾਲ ਦਾ ਹੋਰ ਪ੍ਰੋਸੈਸ ਆ ਬਸ ਮਸਾਂ ਕਣਕ ਦਾ 15 ਸਾਲ ਹੋ ਜਾਊਗਾ ਪਰ ਦੁਨੀਆ ਦੇ ਵਿੱਚ ਜਿਹੜਾ ਫੂਡ ਆ ਨਾ ਜਿਹੜਾ ਮਤਲਬ ਕਿਉਂਕਿ ਦੇਖੋ ਮੈਂ ਹੁਣ ਜ਼ਿਮੀਂਦਾਰ ਬੰਦਾ ਕਿਸਾਨ ਆ ਮੈਂ ਫੂਡ ਉਗਾਉਂਦਾ ਮੈਂ ਭੋਜਨ ਪੈਦਾ ਕਰਦਾ ਅਸੀਂ ਹੁਣ ਤਾਂ ਕਹਿੰਦੇ ਨਾ ਭੋਜਨ ਪੈਦਾ ਕਰਦੇ। ਅੱਛਾ ਭੋਜਨ ਦਾ ਕੀ ਹੈ ਵੀ ਭੋਜਨ ਦਾ ਸਿਸਟਮ ਬਦਲ ਰਿਹਾ ਲੋਕਾਂ ਦਾ
10-20 ਸਾਲ ਬਾਅਦ ਸਿਸਟਮ ਬਦਲ ਜਾਣਾ ਲੋਕਾਂ ਦਾ। ਹੋ ਸਕਦਾ ਜਿਹੜਾ ਖਾਣ ਦਾ ਤਰੀਕਾ ਲੋਕਾਂ ਦੇ ਬ੍ਰੈਡ ਬਣ ਜਾਣ, ਹੋ ਸਕਦਾ ਉਹ ਮਤਲਬ ਫਰੂਟ ਬਣ ਜਾਣ, ਕੁਛ ਵੀ ਬਣ ਜਾਏ, ਰੋਟੀਆਂ ਨਾ ਖਾਣ ਲੋਕੀ, ਫਿਰ ਵੀ ਸਿਸਟਮ ਚੇਂਜ। ਮਤਲਬ ਕੀ ਹੈ ਵੀ ਉਹਨੂੰ ਅਪਡੇਟ ਤਾਂ ਸਾਨੂੰ ਕਰਨਾ ਹੀ ਪੈਣਾ। ਜੇ ਤਾਂ ਅਸੀਂ ਕਰ ਸਕਦੇ ਕਰ ਲੈਂਦੇ ਹਾਂ, ਪਰ ਨਹੀਂ ਤਾਂ ਫਿਰ ਗੌਰਮੈਂਟ ਕਰੂਗੀ ਜਾਂ ਫਿਰ ਅਸੀਂ ਕਰਾਂਗੇ। ਉਹ ਜੋ ਇੱਕ ਤਾਂ ਬੰਦਾ ਕਰੂਗਾ। ਚਲੋ ਗੱਲ ਆਪਾਂ ਕਰਦੇ ਸੀ ਧਰਨਿਆਂ ਬਾਰੇ, ਮੈਂ ਗੱਲ ਕਰਨੀ ਵੀ ਮੈਂ ਕਹਿੰਦਾ ਅਪਡੇਟ ਕਰਨਾ ਪਊਗਾ। ਪਰ ਹੋ ਕੀ ਰਿਹਾ ਉਲਟਾ, ਦੇਖੋ ਹੋ ਰਿਹਾ ਵੀ ਅਸੀਂ ਧਰਨੇ ਬਹੁਤ ਟਾਈਮ ਦੇ ਲਾ ਰਹੇ ਹਾਂ, ਬੜੇ ਟਾਈਮ ਸਾਡੇ ਧਰਨੇ ਲੱਗ ਰਹੇ ਆ, ਬੜੇ ਟਾਈਮ ਦੇ ਲੱਗ ਰਹੇ ਆ। ਪਰ ਉਹਦੇ ਵਿੱਚ ਕੀ ਹੈ ਵੀ ਜਿਹੜਾ ਸਿਸਟਮ ਆ ਨਾ, ਜਿਹੜਾ ਅਸੀਂ ਮਤਲਬ ਅਸੀਂ ਕਹਿੰਦੇ ਹਾਂ ਵੀ ਅਗਲੇ ਨੂੰ ਕਹਿ ਰਹੇ ਹਾਂ ਵੀ ਤੂੰ ਆਪਣਾ ਸਾਡੇ ਵਾਸਤੇ ਇਮਾਨਦਾਰ ਹੋ। ਅਸੀਂ ਪਤਾ ਕੀ ਕਹਿ ਰਹੇ ਹਾਂ, ਸਾਡਾ ਮਤਲਬ ਇਹ ਹੈ ਵੀ ਸਾਡੀ ਜਿਹੜੀ ਹੁਣ ਪਹਿਲਾਂ ਸਾਡੀ ਲੱਗਦੀ ਸੀ ਵੀ ਤੂੰ ਅਗਲਾ ਸਾਡੇ ਵਾਸਤੇ ਇਮਾਨਦਾਰ ਹੋਵੇ, ਸਾਡੇ ਵਾਸਤੇ ਹੋਵੇ, ਅਸੀਂ ਜੋ ਮਰਜ਼ੀ ਕਰੀਏ। ਸਾਡਾ ਮਤਲਬ ਮੇਨ ਮਕਸਦ ਇਹ ਹੈ ਵੀ ਜਿਹੜਾ ਸਿਸਟਮ ਜਿੰਨਾ ਬਣੇ ਉਹ ਸਾਡੇ ਵਾਸਤੇ ਇਮਾਨਦਾਰ ਬਣੇ, ਮਤਲਬ ਸਾਡੇ ਵਾਸਤੇ ਅਗਲਾ ਇਮਾਨਦਾਰ ਹੋਵੇ, ਸਿਸਟਮ ਅਸੀਂ ਉਸ 'ਚ ਹੀ ਰਹਿਣਾ। ਅਤੇ ਅਸੀਂ ਮਤਲਬ ਧਰਨੇ ਲਾਈ ਜਾਂਦੇ ਹਾਂ। ਧਰਨੇ ਲਾ ਕੇ ਬੰਦੇ ਆਪਣੇ ਮੈਨੂੰ ਬਹੁਤ ਟਾਈਮ ਦੇ ਲਾਉਂਦੇ, ਮੈਂ ਬਹੁਤ ਟਾਈਮ ਦੇ ਦੇਖ ਰਿਹਾ। ਮੈਂ ਕਈ ਬੰਦੇ ਨਾਲ ਮੇਰੀ ਗੱਲ ਵੀ ਹੋਈ ਸੀਗੀ। ਮੈਂ ਸੋਚਦਾ ਨਾ ਯਾਰ ਵੀ ਧਰਨੇ ਲਾ ਸਿਰਫ ਇਹ ਗੱਲ ਵੀ ਅਸੀਂ ਵਾਹ ਕੇ ਸੁਹਾਗਾ ਮਾਰ ਰਹੇ ਹਾਂ, ਬੀਜ ਉਸ 'ਚ ਕੁਛ ਵੀ ਨਹੀਂ ਰਹੇ। ਹੁਣ ਜਿਹੜਾ ਵਾਹ ਕੇ ਸੁਹਾਗਾ ਮਾਰੇ ਛੱਡ ਦਾਂਗੇ ਨਾ ਅਸੀਂ, ਉਹ 'ਚ ਨਦੀਨ ਉੱਗ ਪੈਂਦੇ ਆ, ਉਹ 'ਚ ਸਾਰੇ ਨਦੀਨ 68 ਵਗੈਰਾ ਸਭ ਨਦੀਨ ਉੱਗ ਪੈਣਗੇ। ਤੁਸੀਂ ਉਹਨੂੰ ਫਿਰ ਵਾਹ ਕੇ ਸੁਹਾਗਾ ਮਾਰਿਓ, ਫਿਰ ਉੱਗ ਪੈਣਗੇ। ਅੱਛਾ, ਜੇ ਤੁਸੀਂ ਜਿੰਨਾ ਚਿਰ ਕੁਛ ਬੀਜੋਗੇ ਨਾ, ਉਹਦੇ ਵਿੱਚ ਖੇਤ ਦੇ ਵਿੱਚ ਕੁਛ ਬੀਜੋਗੇ, ਉਹਨਾਂ ਚਿਰ ਨਦੀਨਾਂ ਤੋਂ ਤੁਸੀਂ ਛੁਟਕਾਰਾ ਵੀ ਨਹੀਂ ਪਾ ਸਕਦੇ। ਪਹਿਲਾਂ ਤੁਹਾਨੂੰ ਬੀਜਣਾ ਪੈਣਾ ਕੁਛ ਨਾ ਕੁਛ। ਇਸ ਲਈ ਮੈਂ ਸੋਚਦਾ ਵੀ ਸਾਡੀ ਜਥੇਬੰਦੀਆਂ, ਅਸੀਂ ਕਿਸਾਨ ਬੰਦੇ ਜਾਂ ਕਿਸੇ ਟਾਈਮ ਨਾਲ ਸਾਨੂੰ ਕੁਛ ਕਰਨਾ ਤਾਂ ਪੈਣਾ ਵੀ ਅਸੀਂ ਬਣਾਉਣਾ ਕੀ ਚਾਹੁੰਦੇ, ਅਸੀਂ ਸਿਸਟਮ ਅਸੀਂ ਕੀ ਕ੍ਰੀਏਟ ਕਰਨਾ ਚਾਹੁੰਦੇ, ਕਿਹੋ ਜਿਹਾ ਚਾਹੁੰਦੇ ਹਾਂ। ਚਲੋ ਜੇ ਸਰਕਾਰਾਂ ਅਸੀਂ ਚਾਹੁੰਦੇ ਵੀ ਸਰਕਾਰਾਂ ਸਿਸਟਮ ਨੂੰ, ਤਾਂ ਸਰਕਾਰਾਂ ਚੁਣਗੇ ਕੌਣ? ਫਿਰ ਸਾਨੂੰ ਚਾਹੀਦਾ ਵੀ ਸਰਕਾਰਾਂ ਵਾਸਤੇ ਅਸੀਂ ਮੰਗ ਤਾਂ ਰੱਖੀਏ, ਸਰਕਾਰਾਂ ਚੁਣੀਏ। ਅਤੇ ਉਹ ਕਿੰਨਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਪੂਰੀ ਇੰਡੀਆ ਦੇ ਵਿੱਚ ਲਾ ਲਓ 70% ਬੰਦੇ ਖੇਤੀ ਕਰਦੇ, 70% ਬੰਦੇ ਖੇਤੀ ਕਰਦੇ। ਮੈਂ ਸੁਣੀਗਾ ਆਪਾਂ ਅੰਕੜੀ ਵੀ ਨਾ 70% ਦੀ ਵੋਟ ਵੇਖ ਲਓ ਕਿੰਨੀ ਅਹਿਮੀਅਤ ਰੱਖਦੀ ਹੈ ਗੱਲ। ਖੇਤੀ ਪ੍ਰਧਾਨ ਦੇਸ਼ ਆ ਸਾਡਾ, 70% ਦੀ ਵੋਟ ਅਹਿਮੀਅਤ ਰੱਖਦੀ ਹੈ। ਪੰਜਾਬ 'ਚ ਵੀ ਹੋ ਗਿਆ ਜੀ, ਅਹਿਮੀਅਤ ਰੱਖਦੀ ਹੋਊਗੀ। ਫਿਰ ਕਿਉਂ ਮੈਂ ਸੋ ਇਹ ਕਹਿਣਾ ਵੀ ਜਦੋਂ ਅਸੀਂ ਚਾਹੁੰਦੇ ਹਾਂ ਖੇਤੀ 'ਚ ਬਦਲਾਅ ਹੋਵੇ, ਖੇਤੀ ਵਧੀਆ ਬਣੇ, ਫਿਰ ਸਾਡੀਆਂ ਮੰਗਾਂ ਕਿ ਨਹੀਂ ਹੈਗੀਆਂ, ਫਿਰ ਕਿਉਂ ਨਹੀਂ ਹੋ ਰਹੀਆਂ? ਕਿਉਂ ਨਹੀਂ ਲੋਕ ਸਰਕਾਰਾਂ ਵਧੀਆ ਲੈ ਕੇ ਆ ਰਹੇ ਜਿਹੜੇ ਖੇਤੀ ਵੱਲ ਧਿਆਨ ਦੇਣ? ਕਿਉਂ ਨਹੀਂ ਮਤਲਬ ਹੋ ਰਿਹਾ, ਕਾਹਤੋਂ ਨਹੀਂ ਹੋ ਰਿਹਾ? ਪਤਾ ਕੀ ਗੱਲ ਆ, ਅਸੀਂ ਸਿਰਫ ਨਾ ਮੈਂ ਜਿਹੜੀ ਆਪਾਂ ਗੱਲ ਕਰੀਏ, ਅਸੀਂ ਸਿਰਫ ਵਾਹੀ ਜਾਂਦੇ ਹਾਂ, ਬੀਜ ਦੇ ਕੁਛ ਨਹੀਂ ਰਹੇ। ਬੀਜ ਦੇ ਪਤਾ ਕਿਉਂ ਨਹੀਂ ਰਹੇ? ਕਿਉਂਕਿ ਸਾਨੂੰ ਪਤਾ ਹੈ, ਦੇਖੋ ਮੈਂ ਵਾਹ ਕੇ ਸੁਹਾਗਾ ਮਾਰਾਂ ਦਾ ਕੋਈ ਵੱਡਾ ਕੰਮ ਨਹੀਂ ਗਾ, ਵਾਹ ਕੇ ਸੁਹਾਗਾ ਮਾਰਨ ਦਾ ਮੈਨੂੰ ਕੋਈ ਵੱਡਾ ਕੰਮ ਨਹੀਂ ਹੈ। ਰੌਲਾ ਪਤਾ ਕਿੱਦੇ ਪੈਣਾ, ਜਿੱਦੇ ਮੈਂ ਬੀਜਤੀ ਨਾ ਫਸਲ, ਮੈਨੂੰ ਪਾਣੀ ਲਾਉਣਾ ਪੈਣਾ, ਉਹਨੂੰ ਰੇਹ ਪਾਉਣੀ ਪੈਣੀ ਆ, ਗੋਡੀ ਚੋਕੀ ਉਹਦਾ ਗਾਂ ਜਿਹੜਾ ਨਦੀ ਦਾ ਖਿਆਲ ਰੱਖਣਾ ਪੈਣਾ ਉਹਨੂੰ। ਜਿੰਨਾ ਦਰ ਪੱਕ ਕੇ ਵੀ ਮੰਡੀ ਵਿਕਣੀ ਜਾਂਦੀ, ਮੇਰਾ ਖਹਿੜਾ ਨਹੀਂ ਛੁੱਟਣਾ ਉਹ। ਬਸ ਰੌਲਾ ਇਸ ਗੱਲ ਦਾ ਹੀ ਸਾਡਾ, ਮੈਨੂੰ ਲੱਗਦਾ, ਮੇਰਾ ਮੰਨਣਾ ਇਹ ਹੈ ਵੀ ਰੌਲਾ ਇਸ ਗੱਲ ਦਾ ਹੀ ਸਾਡਾ ਵੀ ਅਸੀਂ ਜਿੱਦੇ ਅਸੀਂ ਨਾ ਕੁਛ ਸਿਸਟਮ ਬਣਾਉਣ ਲੱਗ ਪਏ, ਉਹਦੇ ਵਿੱਚ ਸਾਨੂੰ ਨਫਾ ਨੁਕਸਾਨ ਘਾਟਾ ਪੈਣਾ। ਬੰਦਾ ਜ਼ਿੰਮੇਵਾਰੀ ਨਹੀਂ ਚੱਕਣਾ ਚਾਹੁੰਦਾ, ਅਸੀਂ ਜ਼ਿੰਮੇਵਾਰੀ ਨਹੀਂ ਚੱਕਣਾ ਚਾਹੁੰਦੇ। ਭਾਵੇਂ ਅਸੀਂ ਕਿਸਾਨ ਹਾਂ, ਭਾਵੇਂ ਸਾਡੀਆਂ ਜਥੇਬੰਦੀਆਂ, ਅਸੀਂ ਖੁਦ ਵੀ ਆ, ਭਾਵੇਂ ਜਥੇਬੰਦੀਆਂ ਸਾਡੀਆਂ ਹੈਗੀਆਂ, ਅਸੀਂ ਜ਼ਿੰਮੇਵਾਰੀ ਕਿਸੇ ਪੈਸੇ ਚੱਕਣੀ ਨਹੀਂ ਚਾਹੁੰਦੇ। ਅਸੀਂ ਸੋਚਦੇ ਵੀ ਜੋ ਕੁਛ ਕਰਦੀ ਸਰਕਾਰ ਸਾਡੇ ਵਾਸਤੇ ਕਰਦੀ, ਗੱਲ ਖਤਮ। ਸਰਕਾਰ ਬਣਾਉਣ ਦੀ ਵੀ ਜ਼ਿੰਮੇਵਾਰੀ ਨਹੀਂ ਅਸੀਂ ਚੱਕਣਾ ਚਾਹੁੰਦੇ ਵੀ ਅਸੀਂ ਹੁੰਦੇ ਨਹੀਂ, ਛੱਡੋ ਜੀ ਆਪੇ ਬਣ ਜੀ ਬਸ। ਉਹ ਵੀ ਅਸੀਂ ਸਾਡੇ ਬੰਦੇ ਮਤਲਬ ਬੋਤਲਾਂ ਲੈ ਕੇ, ਸ਼ਰਾਬਾਂ ਲੈ ਕੇ ਸਰਕਾਰਾਂ ਬਣਾ ਦਿੰਦੇ। ਚਲੋ ਕਿਉਂਕਿ ਦੇਖੋ ਹੁਣ ਕਈ ਬੰਦੇ ਗੱਲ ਪਤਾ ਕੀ ਕਰਨਗੇ, ਬੜੇ ਬੰਦੇ ਕੋਲ ਦੇਖੋ ਜੀ ਅਸੀਂ ਸਬਜ਼ੀ ਬੀਜਣ ਲੱਗੇ ਸੀਗੇ, ਅਸੀਂ ਕਿਹਾ ਫਸਲ ਚੱਕਰੋ ਸਬਜ਼ੀ ਪਾਸੇ ਬੀਜਣ ਲੱਗੇ ਅਤੇ ਇਹਦੀ ਗੋਭੀ ਸਾਡੀ ਵਿਕੀ ਨਹੀਂ, ਗੋਭੀ ਲਾ ਲਈ ਗੋਭੀ ਨਹੀਂ ਵਿਕੀ ਸਾਡੀ, ਆਲੂ ਵਾਲੇ ਆਲੂ ਸਾਨੂੰ ਸੜਕ 'ਤੇ ਸਿੱਟੇ ਪਿਆ, ਬੰਦਾ ਕੀ ਕਰੇ? ਦੇਖੋ ਭਰਾਵੋ ਗੱਲ ਤਾਂ ਇਹ ਆ ਵੀ ਜਦੋਂ ਨਾ ਕੁਛ ਕਿਹੜੀ ਚੀਜ਼ ਕਿਵੇਂ ਉਗਾਉਣੀ ਆ, ਜਿਹੜਾ ਸਿਸਟਮ ਆਪਾਂ ਕਹਿੰਦੇ ਸਿਸਟਮ ਬਣਾਉਣਾ, ਉਹ ਹੈ ਹੀ ਇਹ ਚੀਜ਼। ਤੁਹਾਨੂੰ ਪਤਾ ਕਰਨਾ ਪੈਂਦਾ ਪਹਿਲਾਂ ਵੀ ਕਿਹਦੀ ਲੋੜ ਜ਼ਿਆਦਾ, ਕਿਹੜੀ ਚੀਜ਼ ਮੈਂ ਜਿੰਨੀ ਵੇਚਣੀ ਕਿੰਨੀ ਨਹੀਂ ਵੇਚਣੀ, ਉਹਨੂੰ ਸਿਸਟਮ ਹੀ ਉਹਨੂੰ ਕਹਿੰਦੇ ਆ। ਇਹ ਨਹੀਂ ਹੈਗੀ ਵੀ ਇੱਕੋ ਚੀਜ਼ ਇੱਕੋ ਲਗਾਤਾਰ ਹੀ ਬੀਜਦੀ, ਉਹ ਸਿਸਟਮ ਨਹੀਂ ਹੈਗਾ। ਜੇ ਆਲੂ ਹੈ ਤਾਂ ਆਲੂ ਬੀਜਦੇ ਲੋਕਾਂ ਨੇ, ਜੇ ਮਤਲਬ ਜਿੰਨੇ ਹੋਏ ਉਹ ਸਿਸਟਮ ਥੋੜ੍ਹੀ। ਸਿਸਟਮ ਤਾਂ ਵੀ ਕਿੰਨਾ ਏਕੜ ਆਲੂ ਲੱਗਣਾ ਚਾਹੀਦਾ, ਕਿੰਨਾ, ਉਹਨੂੰ ਸਿਸਟਮ ਕਹਿੰਦੇ ਆ। ਉਸ ਤੋਂ ਬਾਅਦ ਉਹਦਾ ਮੰਡੀਕਰਨ ਹੁੰਦਾ, ਜਿਹਦੀ ਸਾਨੂੰ ਜ਼ਿੰਮੇਵਾਰੀ ਲੈਣੀ ਪੈਣੀ ਆ। ਅਤੇ ਸਰਕਾਰਾਂ, ਜੇ ਅਸੀਂ ਸਾਡੇ ਬੰਦੇ ਕਹਿੰਦੇ ਸਰਕਾਰਾਂ ਕਰਨੀਆਂ, ਸਰਕਾਰਾਂ ਨਹੀਂ ਕਰਦੀਆਂ ਭਾਈ। ਕਿਉਂਕਿ ਸਰਕਾਰ ਬਣਦੀ ਆ ਵੋਟਾਂ ਦੇ ਸਿਰ 'ਤੇ, ਰਾਜਨੀਤਿਕ ਬੰਦੇ ਸਰਕਾਰਾਂ ਬਣਾਉਂਦੇ ਆ। ਉਹ ਕਦੇ ਵੀ ਪੰਗਾ ਨਹੀਂ ਲੈਣਗੇ ਵੀ ਜਿਹਦੇ ਨਾਲ ਇੱਕ ਉਥਲ ਪੁਥਲ ਹੋਵੇ। ਅੱਛਾ, ਜਿਹੜੇ 'ਚ ਉਥਲ ਪੁਥਲ ਹੋਵੇ ਅਤੇ ਇੱਕ ਰੌਲਾ ਮੱਚੇ, ਅਤੇ ਰੌਲਾ ਮੱਚਣ ਨਾਲ ਜਿਹੜੇ ਮਤਲਬ ਕਹਿ ਲਏ ਦੂਜੀ ਪਾਰਟੀਆਂ ਵਾਲੇ ਆ, ਮਤਲਬ ਦੂਜੀਆਂ ਵਿਰੋਧੀ ਧਿਰ, ਉਹ ਬੰਦੇ ਲਾਹਾ ਲੈ ਜਾਣ, ਉਹ ਕਦੇ ਨਹੀਂ ਕਰਨਗੇ। ਜਿਵੇਂ ਅੱਜ ਕੱਲ੍ਹ ਦੇਖੋ ਹੁਣ ਜਿਵੇਂ ਬਿੱਲ ਪਾਸ ਕੀਤਾ, ਭਾਜਪਾ ਨੇ ਕੀਤਾ, ਮੋਦੀ ਨੇ ਕੀਤਾ, ਪਰ ਉਥਲ ਪੁਥਲ ਮੱਚੀ ਆ ਨਾ। ਉਥਲ ਪੁਥਲ ਮੱਚਣ ਨਾਲ
ਫਾਇਦਾ ਵੀ ਉਹਦੇ ਵਿੱਚ ਰਾਜਨੀਤਿਕ ਬੰਦੇ ਲੈਣਗੇ ਨਾ, ਦੂਜੀਆਂ ਪਾਰਟੀਆਂ ਆਉਣਗੀਆਂ ਨਾ। ਤੂੰ ਮਤਲਬ ਕਿਉਂ ਚਾਹਣਗੇ ਦੂਜੀ ਬੰਦੇ ਵੀ, ਕਿਸੇ ਵੀ ਸਰਕਾਰ ਕਿਉਂ ਚਾਹੂਗੀ ਵੀ ਅਸੀਂ ਇਹੋ ਜਿਹਾ ਕੰਮ ਕਿਉਂ ਕਰੀਏ ਵੀ ਜੀ ਨਾ ਉਥਲ ਪੁਥਲ ਮੱਚੇ, ਸਾਨੂੰ ਸਾਡੀ ਜਿਹੜੀ ਗਤੀ ਹੋ ਜਾਂਦੀ ਦਿਖੇ। ਤਾਂ ਕਰਕੇ ਮੈਂ ਕਹਿੰਦਾ ਵੀ ਸਰਕਾਰਾਂ ਵੀ ਨਹੀਂ ਕਰਨਗੀਆਂ ਕੰਮ, ਕਿਉਂਕਿ ਸਰਕਾਰਾਂ ਤਾਂ ਕਰਨਗੀਆਂ ਜਦੋਂ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ, ਅਸੀਂ ਚਾਹਾਂਗੇ ਅਸੀਂ ਉਸ ਹਿਸਾਬ ਨਾਲ ਵੋਟਾਂ ਪਾਵਾਂਗੇ। ਇਸ ਲਈ ਮੈਨੂੰ ਇਹ ਲੱਗਦਾ ਸੀ ਵੀ ਦੇਖੋ, ਮੰਨਣਾ ਆਪੋ ਆਪਣਾ ਯਾਰ ਬੰਦੇ ਦਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਸਾਡੇ ਬੰਦੇ ਦੇ ਵਿੱਚ ਨਾ ਅਸੀਂ ਕੋਈ ਵੀ ਸਿਸਟਮ ਬਣਾਉਂਦੇ ਭਾਵੇਂ ਦੀ ਜ਼ਿਮੀਂਦਾਰਾ ਸਿਸਟਮ ਅਸੀਂ ਖੁਦ ਵੀ ਬਣਾ ਲਈਏ ਨਾ, ਖੁਦ ਵੀ ਅਸੀਂ ਫਿਰ ਵੀ ਨਹੀਂ ਚਲਾ ਸਕਦੇ ਮੈਨੂੰ ਲੱਗਦਾ। ਪਤਾ ਕਿਉਂ? ਕਿਉਂਕਿ ਹਰ ਸਿਸਟਮ ਨੂੰ ਚਲਾਉਣ ਵਾਸਤੇ ਇੱਕ ਇਮਾਨਦਾਰੀ ਚਾਹੀਦੀ ਹੁੰਦੀ ਹੈ, ਜਿਹੜੀ ਇਮਾਨਦਾਰੀ ਉਹ ਸਾਡੇ ਵਿੱਚ ਹੈ ਨਹੀਂ ਗੀ। ਇਮਾਨਦਾਰੀ ਸਾਡੇ 'ਚ ਬਹੁਤ ਥੋੜ੍ਹੀ ਜਮਾਂ ਹੀ ਹੈ ਨਹੀਂ ਇਮਾਨਦਾਰੀ। ਤਾਂ ਯਾਰ ਐਂ ਹੈ ਨਾ, ਮੈਨੂੰ ਐਂ ਲੱਗਦਾ ਵੀ ਪਿੰਡ ਦੇ ਵਿੱਚ ਤੁਸੀਂ ਸਰਪੰਚ ਅਤੇ ਪੰਚ ਚੁਣਦੇ ਹੋ, ਤੁਹਾਨੂੰ ਵਧੀਆ ਬੰਦੇ ਨਹੀਂ ਲੱਭਣਗੇ। ਮਤਲਬ ਇੰਨਾ ਮਾੜਾ ਸਿਸਟਮ ਆ ਸਾਡਾ, ਅਸੀਂ ਇੰਨਾ ਮਾੜੇ ਹੋ ਚੁੱਕੇ ਹਾਂ ਵੀ ਸਾਨੂੰ ਸਰਪੰਚ ਚੁਣਨ ਵਾਸਤੇ ਵਧੀਆ ਬੰਦਾ ਨਹੀਂ ਮਿਲੂਗਾ। ਅਸੀਂ ਜਿਹੜੇ ਬੰਦੇ 5 ਸਰਪੰਚ ਖੜ੍ਹੇ ਹੁੰਦੇ ਆ, ਤੁਸੀਂ ਕਦੇ ਵੇਖ ਲਿਓ ਬੰਦੇ ਉਹਨਾਂ ਨੂੰ ਚੰਗੇ ਨਹੀਂ ਬਣੇ ਸਮਝਦੇ ਉਹ। ਬਸ ਜੇ ਚੰਗੇ ਬੰਦੇ ਖੜ੍ਹੇ ਵੀ ਹੋ ਜਾਣ ਵੀ ਨਾ ਗਲਤੀ ਨਾਲ, ਆਪਣੇ ਕਿਹੜੇ ਪਿੰਡ ਦੀ ਗੱਲ ਆ ਮੈਂ ਭੁੱਲ ਗਿਆ ਯਾਰ, ਉਹ ਪਿੰਡ ਦੀ ਕੁੜੀ ਸੀ, LLB ਕੀਤੀ ਸੀ ਉਹਨੇ, ਅਤੇ ਵਕੀਲ ਦਾ ਕੋਰਸ ਕਰੀ, ਪੜ੍ਹੀ ਲਿਖੀ ਕੁੜੀ ਸੀ, ਨੌਜਵਾਨ 24-25 ਸਾਲ ਦੀ ਕੁੜੀ ਸੀ। ਉਹ ਸਰਪੰਚ ਦੀ ਵੋਟ 'ਚ ਖੜ੍ਹੀ ਹੋਈ ਸੀ, ਪਰ ਉਹ ਹਾਰ ਗਈ ਸੀ। ਅਤੇ ਵੋਟ ਪਤਾ ਕਿਉਂ ਪਈ? 8 ਪੜ੍ਹੀ ਬੀਬੀ ਨੂੰ ਪਈ ਸੀ, ਜਿਹੜੀ ਉਹ ਨਾਲ ਖੜ੍ਹੀ ਨਾ ਬੀਬੀ, ਉਹਦੇ ਔਰਤ ਖੜ੍ਹੀ, ਦੋ ਰਿਜ਼ਰਵ ਕੋਟੇ ਦੇ ਉੱਤੇ ਬੁੜੀਆਂ ਸੀਗੀਆਂ, ਅਤੇ ਉਹ 8 ਪਾਸ ਸੀ, ਉਹਨੂੰ ਵੋਟ ਪਈ ਸੀ, ਉਹ ਜਿੱਤ ਗਈ ਸੀ, ਜਦ ਕਿ ਪੜ੍ਹੀ ਲਿਖੀ ਬੀਬੀ ਹਾਰ ਗਈ ਸੀ। ਜੇ ਮਤਲਬ ਕੀ ਆ ਵੀ ਸਾਡਾ ਜਿਹੜਾ ਸਿਸਟਮ ਆ ਨਾ, ਅਸੀਂ ਜਿਹੜਾ ਸਮਾਜ ਆ ਸਾਡਾ, ਅਸੀਂ ਜਿਹੜੀ ਸੋਚ ਕ੍ਰੀਏਟ ਕੀਤੀ ਹੋਈ ਆ, ਉਹ ਐਡੀ ਭੈੜੀ ਕੀਤੀ ਹੋਈ ਹੈ ਨਾ, ਅਸੀਂ ਐਡੀ ਭੈੜੀ ਕੀਤੀ ਹੋਈ ਪਿੰਡ ਲੈਵਲ 'ਤੇ ਕਹਿ ਲਈਏ ਵੀ ਅਸੀਂ ਨਾ ਚੰਗਾ, ਜੇ ਚੰਗਾ ਸਾਡੇ ਸਾਹਮਣੇ ਵੀ ਆ ਜੂ ਨਾ, ਚੰਗਾ ਉਹ ਕਰਨ ਵੀ ਲੱਗੂਗਾ, ਬੰਦਾ ਕਹੂਗਾ ਮੈਂ ਚੰਗਾ ਕਰ ਦੇਵਾਂ, ਚੰਗਾ ਹੋ ਜੂ ਇਹਨਾਂ ਵਾਸਤੇ। ਕੋਈ ਪਲਾਨ ਲੈ ਕੇ ਆ ਜੇ, ਜਾਂ ਕੋਈ ਪਲਾਨ ਮਤਲਬ ਕੋਈ ਬੰਦਾ ਕਹੇ ਮੈਂ ਮਤਲਬ ਇਹਦੇ ਵਾਸਤੇ ਆਪਦਾ ਕੰਮ ਛੱਡ ਕੇ ਨਾ ਕਰ ਦੇਣਾ, ਅਸੀਂ ਫਿਰ ਵੀ ਨਹੀਂ ਹੋਣ ਦੇਣਾ, ਕਿਉਂਕਿ ਸਾਡੀ ਸੋਚ ਆ ਜਿਹੜੀ ਨਾ, ਮਤਲਬ ਸਾਡੀ ਥਿੰਕਿੰਗ ਆ ਬੜੀ ਭੈੜੀ ਹੋ ਚੁੱਕੀ ਹੈ। ਉਹ ਇਸ ਲਈ ਮੈਂ ਸੋਚਦਾ ਵੀ ਸਾਹਿਤਕ ਜਿੰਨਾ ਚਿਰ ਸਾਡੇ ਬੰਦੇ ਇਮਾਨਦਾਰ ਨਹੀਂ ਹੁੰਦੇ ਨਾ, ਉਹਨਾਂ 'ਚ ਤਾਂ ਕੋਈ ਮਰਜ਼ੀ ਸਿਸਟਮ ਲਾ ਲਈਏ, ਬੇਸ਼ੱਕ ਸਰਕਾਰਾਂ ਕੁਛ ਵੀ ਕਰ ਲੈਣ ਨਾ ਕਰ ਲੈਣ, ਅਸੀਂ ਸੈਟਿਸਫਾਈ ਨਹੀਂ ਹੁੰਦੇ। ਸੈਟਿਸਫਾਈ ਅਸੀਂ ਉੱਦੇ ਹੋਵਾਂਗੇ ਜਿੱਦੇ ਅਸੀਂ ਖੁਦ ਇਮਾਨਦਾਰੀ ਨਾਲ ਹੋ ਕੇ ਸੋਚਾਂਗੇ ਯਾਰ ਵੀ ਠੀਕ ਹੈ ਯਾਰ, ਇੰਝ ਨਹੀਂ ਹੋਣਾ ਚਾਹੀਦਾ। ਅਤੇ ਬਾਕੀ ਗੱਲ ਰਹੀ ਆਪਣੀ ਕਿਸਾਨ ਬੰਦੇ ਦੀ, ਆਪਾਂ ਕਹਿੰਦੇ ਇਮਾਨਦਾਰੀ ਯਾਰ, ਕਿਸਾਨਾਂ ਦੀ ਆਪਾਂ ਗੱਲ ਕਰਦੇ ਹੋ, ਜਿਹੜੇ ਬੰਦੇ ਯਾਰ, ਕਈ ਬੰਦੇ ਜ਼ਿਮੀਂਦਾਰ ਬੰਦੇ ਘਰੇ ਮਤਲਬ ਪਸ਼ੂ ਰੱਖਦੇ, ਦੁੱਧ ਪਾਉਂਦੇ ਹੈ ਨਾ, ਤੁਸੀਂ ਨਾ ਕਦੇ ਉਹਨਾਂ ਦਾ ਮੂੰਹ ਸੁਣਿਓ ਕਦੇ ਵੀ ਗੱਲ ਵੀ ਦੁੱਧ 'ਚ ਵੱਜਦਾ ਕੁਛ, ਬੰਦਾ ਕੋਈ ਨਾ ਜੀ ਨਾ ਕੁਛ ਨਹੀਂ ਬਚਦਾ ਜੀ, ਬਸ ਐਵੇਂ ਆ। ਅੱਛਾ, ਜਿਹੜੇ ਬੰਦੇ ਦੁੱਧ ਲੈ ਕੇ ਜਾਂਦੇ ਦੁੱਧੀ, ਅੱਛਾ ਜਿਹੜੇ ਦੁੱਧ ਵੇਚਦੇ ਉੱਥੇ ਜਾ ਕੇ ਹੈ ਨਾ, ਉਹ ਬੰਦਾ ਦੁੱਧ ਵੇਚਦਾ, ਉਹ ਰੁਪਈਏ ਕਮਾ ਰਿਹਾ ਚਾਰ, ਉਹ ਕਰਿਆਨੇ ਦੀ ਦੁਕਾਨ ਵਧੀਆ ਪਾ ਕੇ ਬਹਿ ਗਿਆ, ਡੇਅਰੀ ਬਣਾ ਕੇ ਬਹਿ ਗਿਆ, ਸਾਈਕਲ ਤੋਂ ਮੋਟਰਸਾਈਕਲ 'ਤੇ ਆਇਆ, ਮੋਟਰਸਾਈਕਲ ਤੋਂ ਆਟੋ ਲੈ ਕੇ ਬਹਿ ਗਿਆ, ਕਿੰਨਾ ਕੁ ਕਰ ਲਿਆ ਉਹਨੇ, ਉਹ ਤਰੱਕੀ ਕਰ ਰਿਹਾ। ਅੱਛਾ, ਜਿਹੜਾ ਦੁੱਧ ਪੈਦਾ ਕਰਨ ਵਾਲਾ ਉਹ ਤਰੱਕੀ ਨਹੀਂ ਕਰ ਰਿਹਾ। ਪਤਾ ਕਿਉਂ? ਕਿਉਂਕਿ ਜਿਹੜਾ ਦੁੱਧ ਵੇਚਣ ਵਾਲਾ ਨਾ, ਉਹ ਮੰਡੀਕਰਨ ਵਧੀਆ ਕਰ ਰਿਹਾ। ਅਸੀਂ ਕੀ ਹਾਂ, ਅਸੀਂ ਚੀਜ਼ ਬਣਾ ਲੈਂਦੇ ਹਾਂ, ਪਰ ਸਾਨੂੰ ਮੰਡੀਕਰਨ ਨਹੀਂ ਕਰਨਾ ਆਉਂਦਾ। ਮੰਡੀਕਰਨ ਸਾਨੂੰ ਕਰਨਾ ਪਤਾ ਕਿਉਂ ਨਹੀਂ ਹੁੰਦਾ? ਕਿਉਂਕਿ ਸਾਡੇ ਬੰਦੇ ਹਜੇ ਤੱਕ ਮੈਚਿਓਰ ਹੀ ਨਹੀਂ ਹੋਏ, ਹਜੇ ਤੱਕ ਅਸੀਂ ਮੰਡੀਆਂ 'ਚ ਵੜੇ ਹੀ ਨਹੀਂ। ਜਿਹੜੇ ਬੰਦੇ ਮੰਡੀਆਂ 'ਚ ਵੜਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਯਾਰ, ਜਿਹੜੇ ਬੰਦੇ ਫਰੂਟਾਂ ਦੀਆਂ ਰੇਹੜੀਆਂ ਲਾ ਕੇ ਵੇਚਦੇ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਕੀ ਚਾਹੁੰਦਾ ਹੈ, ਕਿਹੋ ਜਿਹੀ ਚੀਜ਼ ਪਸੰਦ ਕਰਦਾ, ਕਿਵੇਂ ਮੈਂ ਦੇਣੀ ਹੈ, ਕੀ ਪਸੰਦ ਲੈ ਕੇ ਆਊਂਗਾ। ਜਿੰਨਾ ਚਿਰ ਬੰਦਾ ਮੰਡੀ 'ਚ ਵੜਦਾ ਨਹੀਂ ਨਾ, ਉਹਨੂੰ ਪਤਾ ਨਹੀਂ ਲੱਗਦਾ। ਠੀਕ ਆ ਚੀਜ਼, ਹੁਣ ਜਿਵੇਂ ਅਸੀਂ ਯਾਰ ਸਾਡੇ ਕੋਲ ਮੈਂ 3 ਫਸਲਾਂ ਬੀਜਦਾ, ਕਣਕ, ਝੋਨਾ, ਬਾਸਪਤੀ ਅਤੇ ਕਿੰਨੂ, 3 ਫਸਲਾਂ, ਮਤਲਬ ਕਿੰਨੂ ਅਤੇ ਅਮਰੂਦ, 3 ਫਸਲਾਂ ਹੁੰਦੀਆਂ, 3 ਦਿਨ ਹੁੰਦੇ। ਅੱਛਾ, MSP ਮੈਨੂੰ 1 ਫਸਲ 'ਤੇ ਮਿਲਦੀ ਹੈ, ਸਿਰਫ ਕਣਕ 'ਤੇ ਮਿਲਦੀ ਹੈ। ਬਾਸਪਤੀ ਵੀ ਅਸੀਂ ਮਤਲਬ ਪ੍ਰਾਈਵੇਟ ਵੇਚਦਾ ਮੈਂ, ਕਿੰਨੂ ਵੀ ਮੇਰਾ ਪ੍ਰਾਈਵੇਟ ਜਾਂਦਾ, ਅਮਰੂਦ ਵੀ ਮੇਰਾ ਪ੍ਰਾਈਵੇਟ ਜਾਂਦਾ। ਅਤੇ ਮੈਂ ਤਾਂ ਕਿਉਂਕਿ ਹੁਣ ਅਸੀਂ ਸਾਡੇ ਵਿੱਚ ਵੀ ਆਈ ਹਾਂ, ਅਸੀਂ ਕੀ ਕਰਦੇ ਹਾਂ ਵੀ ਮੈਂ ਆਪਣੀ ਗੱਲ ਦੱਸਦਾ ਵੀ ਅਸੀਂ ਸਿਸਟਮ ਨੂੰ ਜਿੰਨਾ ਚਿਰ ਅਸੀਂ ਕਰਦੇ ਹਾਂ ਘਾਟਾ ਖਾਂਦੇ ਹਾਂ, ਅਸੀਂ ਕਹਿੰਦੇ ਵੀ ਸਾਨੂੰ ਘਾਟਾ ਪਊਗਾ, ਅਸੀਂ ਡਰਦੇ ਹਾਂ ਘਾਟੇ ਤੋਂ। ਪਰ ਦੇਖੋ ਸਾਡੇ ਮਤਲਬ ਮੈਂ ਆਪਣੀ ਗੱਲ ਦੱਸਦਾ ਵੀ ਜਿੱਦੇ ਅਸੀਂ ਨਾ ਮੈਂ ਬਾਸਪਤੀ ਵੀ ਲਾਉਣੀ ਸ਼ੁਰੂ ਕੀਤੀ ਅਸੀਂ, ਅਤੇ ਸਾਨੂੰ ਬਾਸਪਤੀ ਬਾਰੇ ਪਤਾ ਹੀ ਨਹੀਂ ਸੀਗਾ।
ਮੂੰਗੀ 1400 ਇੱਕ ਲਾਈ ਆ ਆਪਣੇ ਬੰਦੇ, ਸਾਡੇ ਬੰਦਿਆਂ ਨੇ। ਸਾਨੂੰ ਪਤਾ ਨਹੀਂ ਸੀ ਵੀ ਕੀ ਸਪਰੇਆਂ ਹੁੰਦੀਆਂ, ਕੀ ਰੇਹ ਹੁੰਦੀਆਂ। ਪਹਿਲੀ ਵਾਰੀ ਸਾਡੀ ਬਾਸਮਤੀ ਖਰਾਬ ਹੋਈ ਸੀ ਉੱਤੋਂ, ਤੇ ਘਰੇ ਰੱਖ ਕੇ ਵੀ ਫਿਰ ਸਾਨੂੰ ਸਮਝ ਆਈ ਵੀ ਕੀ ਸਪਰੇਆਂ ਹੁੰਦੀਆਂ, ਕੀ ਕੁਛ ਹੁੰਦਾ। ਨੈੱਟ ਤੋਂ ਖੋਜ ਕੀਤੀ, ਫਿਰ ਦੱਸਿਆ ਵੀ ਫਿਰ ਇਹਨੂੰ ਪੈਕ ਕਰਕੇ ਘਰੇ ਰੱਖਣਾ, ਕਿਵੇਂ ਰੱਖਣਾ। ਘੱਟ ਖਾ ਕੇ ਇੱਕ ਸਿਸਟਮ ਬਣਾਇਆ, ਉਹਦਾ ਬਣਾਇਆ ਹੋਇਆ ਸਿਸਟਮ, ਉਹਦਾ ਪੱਖਾ ਉਹਦਾ ਲਿਆਂਦਾ, ਸਭ ਕੀਤਾ, ਇੱਕ ਸਿਸਟਮ ਬਣਾ ਕੇ ਕਿਹਾ ਵੀ ਨਹੀਂ ਯਾਰ ਇਹ ਚੀਜ਼ਾਂ ਚਾਹੀਦੀਆਂ, ਫਿਰ ਆਪਣੇ ਬਾਸਮਤੀਆਂ ਬਚਣਗੀਆਂ, ਫਿਰ ਰੱਖਿਆ ਜਾਣਗੀਆਂ। ਐਂ ਥੋੜ੍ਹੀ ਬਾਸਮਤੀ ਰੱਖਿਆ ਜਾਣਗੀਆਂ। ਮਤਲਬ ਮੇਰਾ ਕਹਿੰਦਾ ਕੀ ਹੈ ਵੀ ਜਿੰਨਾ ਚਿਰ ਅਸੀਂ ਉਹਦੀ ਚੀਜ਼ ਦੇ ਵਿੱਚ ਨਹੀਂ ਵੜਦੇ ਨਾ, ਮੰਡੀ ਕਹਿੰਦੇ ਅਸੀਂ ਵਿੱਚ ਨਹੀਂ ਵੜਦੇ, ਸਾਨੂੰ ਪਤਾ ਕਿਵੇਂ ਲੱਗੂਗਾ। ਅਤੇ ਜੇ ਅਸੀਂ ਸੋਚਦੇ ਵੀ ਕੋਈ ਬੰਦਾ ਆਵੇ ਸਾਨੂੰ ਪੈਸੇ ਦੇ ਜੇ, ਸਾਡੇ ਮੂੰਹ ਮੰਗੇ ਪੈਸੇ ਦੇ ਕੇ ਦੇ ਜੇ ਅਤੇ ਆਪਦੀ ਚੀਜ਼ ਲੈ ਕੇ ਜਾਵੇ, ਜਦੋਂ ਭਾਅ ਵਿਕੀ ਨਹੀਂ, ਇੰਝ ਨਹੀਂ ਹੁੰਦਾ। ਹਰ ਬੰਦੇ ਨੇ ਹਰ ਚੀਜ਼ ਲੈਣ ਵਾਸਤੇ ਤੁਹਾਨੂੰ ਵੇਖਣਾ ਵੀ ਮੇਰੀ ਉਸ ਕਿਵੇਂ ਕਿੰਨੀ ਦੀ ਵਿਕੂਗੀ, ਉਹਨੇ ਫਿਰ ਚੀਜ਼ ਲੈਣੀ ਹੈ। ਚਲੋ ਗੱਲ ਆਪਾਂ ਜ਼ਿਆਦਾ ਨਹੀਂ ਉੱਧਰ ਪਾ ਦੂਜੇ ਪਾਸੇ ਜਾਵੜ ਦੀ ਗੱਲ ਆਪਾਂ ਲਿਆਉਣੀ ਫਿਰ ਧਰਨਿਆਂ 'ਤੇ, ਕਿਸਾਨ ਜਥੇਬੰਦੀਆਂ 'ਤੇ। ਭਈ ਦੇਸ਼ ਸਾਡੇ ਬੰਦੇ ਦਿੱਲੀ ਨੂੰ ਗਏ ਆ, ਠੀਕ ਹੈ, ਚਲੋ ਆਪਣੀ ਮੈਂਟੈਲਿਟੀ ਹੈ ਬੰਦੇ ਦੀ, ਜਾਣ ਧਰਨਾ ਲਾਉਣ ਰੂ ਪ੍ਰੋਟੈਸਟ ਬੰਦੇ ਨੇ, ਡੈਮੋਕ੍ਰੇਸੀ, ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ। ਪਰ ਮੈਂ ਤਾਂ ਆਪਣਾ ਵਿਰੋਧ ਕਰਨ ਦਾ ਹੱਕ ਹੈ, ਪਰ ਵਿਰੋਧ ਵੀ ਸਾਨੂੰ ਬਹੁਤ ਜਾਇਜ਼ ਤਰੀਕੇ ਨਾਲ ਕਰਨਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ ਉਹ ਕਿਤੇ ਇਸ ਚੀਜ਼ ਨੂੰ ਅਸੀਂ ਹਿੰਸਾ ਦਾ ਰੂਪ ਦੇ ਦਈਏ, ਕਿਉਂਕਿ ਜਿੰਨਾ ਹਿੰਸਾ ਦਾ ਰੂਪ ਦੇਈ ਜਾਵਾਂਗੇ ਨਾ ਅਸੀਂ, ਜਿੰਨਾ ਹਿੰਸਾ ਦਾ ਰੂਪ ਦੇਈ ਜਾਵਾਂਗੇ ਅਸੀਂ, ਉਹਨਾਂ ਸਾਨੂੰ ਅਗਲੇ ਵਾਸਤੇ ਤੁਹਾਨੂੰ ਦਬਾਉਣਾ ਸੌਖਾ ਹੁੰਦਾ ਜਾਊਗਾ, ਉਹਨਾਂ ਸਾਡਾ ਨੁਕਸਾਨ ਸਾਡਾ ਜ਼ਿਆਦਾ ਹੋਣਾ। ਕਿਉਂਕਿ ਅਸੀਂ ਧਿਰ ਜਿਹੜੀ ਸਾਡੀ ਨਾ, ਦੇਖੋ ਪੰਜਾਬ ਦੀ ਜਿਹੜੀ ਧਿਰ ਆ ਉਹ ਛੋਟੀ ਹੈ, ਸਰਕਾਰ ਦੀ ਧਿਰ ਵੱਡੀ ਆ। ਛੋਟੀ ਧਿਰ ਹੋਣ ਕਰਕੇ ਸਾਨੂੰ ਉਦੋਂ ਜ਼ਿਆਦਾ ਫੁਕਰੀਆਂ ਨਹੀਂ ਮਾਰਨੀਆਂ ਚਾਹੀਦੀਆਂ। ਕਈ ਬੰਦੇ ਨਾ ਮੈਂ ਵੇਖਿਆ ਪੋਸਟਾਂ ਪਾਉਂਦੇ ਆ ਵੀ ਅਸੀਂ ਦਿੱਲੀ ਗਏ ਆਹ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਸਾਡੀ ਜ਼ਮੀਨਾਂ 'ਚ ਪੈਰ ਅਸੀਂ ਵੜ ਦਾਂਗੇ, ਅਸੀਂ ਉਹ ਕਰ ਦਾਂਗੇ। ਨਹੀਂ ਭਾਈ, ਜਾਂ ਅਸੀਂ ਮਰਨ ਵਾਸਤੇ ਜੰਮੇ ਹਾਂ। ਨਹੀਂ ਭਾਈ, ਇਹ ਗੱਲਾਂ ਗਲਤ ਆ, ਇਹ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ। ਠੀਕ ਆ, ਉਹ ਕਾਨੂੰਨ ਲੈ ਕੇ ਆਏ ਆ, ਅਸੀਂ ਕਾਨੂੰਨ ਦਾ ਵਿਰੋਧ ਕਰਨਾ ਹੈ, ਜਾਇਜ਼ ਤਰੀਕੇ ਨਾਲ ਕਰਨਾ ਹੈ। ਸਾਨੂੰ ਨਹੀਂ ਪਸੰਦ, ਅਸੀਂ ਆਪਣੀ ਗੱਲ ਲੋਕਾਂ ਤੱਕ ਲੈ ਕੇ ਜਾਣੀ ਆ ਵੀ ਦੇਖੋ ਇਹ ਕਾਨੂੰਨ ਆ ਜਿਹੜਾ ਇਹ ਸਾਡਾ ਗਲਤ ਹੈ, ਬਸ ਅਸੀਂ ਸਾਡੇ ਵਾਸਤੇ ਧੱਕਾ ਹੋ ਰਿਹਾ। ਮੈਸੇਜ ਦੇਣਾ ਲੋਕਾਂ ਨੂੰ, ਸਰਕਾਰ ਨੂੰ ਮੈਸੇਜ ਦੇਣਾ ਵੀ ਆਉਣ ਵਾਲੇ ਇਲੈਕਸ਼ਨਾਂ ਵਿੱਚ ਤੁਹਾਨੂੰ ਇਹ ਚੀਜ਼ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਔਖੀ ਸਾਬਤ ਹੋਊਗੀ। ਇਹ ਨਹੀਂ ਗੱਲ ਵੀ ਅਸੀਂ ਉਹਨੂੰ ਹਿੰਸਕ ਰੂਪ ਦੇ ਦੇਣਾ। ਦੇਖੋ ਬਹੁਤ ਬੱਚੇ ਬੰਦੇ ਆ ਜਿਹੜੇ ਬੰਦੇ ਇਸ ਦਾ ਲਾਹਾ ਲੈਣਾ ਚਾਹੁੰਦੇ ਆ, ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਆ। ਜੇ ਉਹ ਬੰਦੇ ਚਾਹੁੰਦੇ ਆ ਤਾਂ ਸਾਨੂੰ ਮੌਕਾ ਨਹੀਂ ਦੇਣਾ ਚਾਹੀਦਾ ਉਹਨਾਂ ਬੰਦਿਆਂ ਕਿ ਕਿਸੇ ਦਾ ਬੰਦਾ, ਕਿਸੇ ਦਾ ਘਰ ਦਾ ਜੋ ਬੰਦਾ, ਕਿਸੇ ਦਾ ਪੁੱਤ ਮਰਨਾ ਮਾਂ ਬਹੁਤ ਔਖਾ ਹੋ ਜਾਂਦਾ, ਘਰ ਉੱਜੜ ਜਾਂਦੇ ਯਾਰ, ਇਹ ਬੜਾ ਔਖਾ ਕੰਮ ਹੋ ਜਾਂਦਾ। ਇਸ ਲਈ ਸਭ ਤੋਂ ਜ਼ਰੂਰੀ ਹੈ ਵੀ ਪਹਿਲਾਂ ਸਾਨੂੰ ਔਕਾਤ ਪਛਾਣਨੀ ਚਾਹੀਦੀ ਵੀ ਅਸੀਂ ਕਿੱਡੀ ਕੁ ਔਕਾਤ ਦੇ ਮਾਲਕ ਹਾਂ। ਪੰਜਾਬ ਸਾਡਾ ਪੰਜਾਬ ਆ, ਇਹ ਕੀ ਆ ਯਾਰ, 13 ਸੀਟਾਂ ਪੰਜਾਬ ਦੇ ਸਕੂਲ ਸਾਰੀਆਂ 13 ਬਸ, ਜਿਹਦੇ ਯੂਪੀ ਬਿਹਾਰ 'ਚ ਮੈਂ ਜ਼ਿਆਦਾ, ਸਾਡੇ 13। ਅਤੇ ਦੂਜੀ ਗੱਲ ਇਹ ਨਾ, ਦੇਖੋ ਅੱਜ ਸਾਨੂੰ ਗੁੱਸਾ ਨਾ ਜਿਹੜਾ ਅਸੀਂ ਲਾਉਣ ਤੁਰਤਾ ਪਏ ਉੱਥੇ, ਪਰ ਕਦੇ ਅਸੀਂ ਸੋਚੀਏ ਯਾਰ ਵੀ ਕਦੇ ਸਾਡੇ ਜਿਹੜੇ ਅਸੀਂ ਨੁਮਾਇੰਦੇ ਚੁਣਦੇ ਹਾਂ, ਜੇ ਅਸੀਂ ਲੀਡਰ ਚੁਣਦੇ, ਉਹ ਕਦੇ ਅਸੀਂ ਚੁਣਦੇ ਹਾਂ ਫੋੜ ਤੇ ਰਗੜ ਕੇ ਲਾਉਣ ਵਾਸਤੇ। ਅਸੀਂ ਉਹਨਾਂ ਨੂੰ ਇਸ ਕੰਮ ਵਾਸਤੇ ਚਾਹੁੰਦੇ ਵੀ ਸਾਡੇ ਵਾਸਤੇ ਉਹ ਕਿਸੇ ਕੇ ਗੱਲ ਕਰਨ ਪਾਰਲੀਮੈਂਟ 'ਚ, ਸਾਡੇ ਸਿਸਟਮ ਬਾਰੇ ਗੱਲ ਕਰਨ, ਉਹ ਵਧੀਆ ਕਾਨੂੰਨ ਸਾਡੇ ਵਾਸਤੇ ਬਣਾਉਣ। ਜੇ ਉਹ ਨਹੀਂ, ਅਸੀਂ ਆਪਣੇ ਜੇ ਅਸੀਂ ਆਪ ਹੀ ਹੱਲ ਕਰਨਾ ਯਾਰ, ਫਿਰ ਵੋਟਾਂ ਕਾਹਤੋਂ ਪਾਉਣੀਆਂ ਸੀ। ਕੁਛ ਵੀ ਦੇਖੋ, ਇੰਨਾ ਕੁਛ ਕਰਕੇ ਵੀ ਜੇ ਅਸੀਂ ਸਾਰਾ ਕੁਛ ਕਰਾ ਕੇ, ਇੰਨਾ ਕੋਈ ਵੱਡਾ ਕਰਾ ਕੇ ਵੀ ਅਸੀਂ ਸਾਰਾ ਕੁਛ ਕਰਾ ਕੇ ਵੀ ਅਸੀਂ ਮਤਲਬ ਆਪਣਾ ਗੱਦੀ 'ਤੇ ਬੰਦੇ ਉਹੀ ਰਾਜਨੀਤਿਕ ਬੰਦੇ ਹੀ ਪਾਉਣੇ ਆ ਯਾਰ, ਫਿਰ ਕੀ ਫਾਇਦਾ ਸੀ। ਲਾਹਣ ਤਾਂ ਨਹੀਂ ਸਾਡੇ 'ਤੇ ਹੋਣੀ ਚਾਹੀਦੀ ਵੀ ਯਾਰ ਕਦੇ ਅਸੀਂ ਫਿਰਦੇ ਹਾਂ, ਤੁਸੀਂ ਉਹ ਬੰਦੇ ਆਰਾਮ ਨਾਲ ਬੈਠੇ ਆ ਵੀ ਕਿਉਂ ਨਹੀਂ ਕੁਛ ਕਰਦੇ। ਦੇਖੋ ਮਾਹੌਲ ਹੈ ਇਹ ਠੰਡਾ ਹੋ ਜਾਣਾ, ਇਹ ਐਂ ਨਹੀਂ ਚੱਲੀ ਜਾਣਾ। ਪਰ ਗੱਲ ਇਹ ਵੀ ਸਭ ਕੁਛ ਹੋ ਜਾਊਗਾ ਜੇ ਅਸੀਂ ਇੰਨੀ ਐਨਰਜੀ ਲਾ ਕੇ ਅਸੀਂ ਗਏ ਉੱਥੇ ਦਿੱਲੀ ਖੇਡਦੇ ਸੀ, ਇੰਨੇ ਜੋਸ਼ ਇੰਨੀਆਂ ਐਨਰਜੀਆਂ ਲਾ ਰਹੇ ਹਾਂ, ਕਿਤੇ ਇਹ ਨਾ ਹੋਵੇ ਵੀ ਅਸੀਂ ਸਾਰੀ ਐਨਰਜੀ ਉੱਥੇ ਹੀ ਵੇਸਟ ਕਰਿਆ ਕਿ ਅਸੀਂ ਸਾਰੀ ਗੱਲ ਕਿਤੇ ਜਾ ਕੇ ਉੱਥੇ ਕਰਿਆਗੀ, ਸਾਥੋਂ ਕੁਛ ਬਣੀ ਨਾ ਮੁੜ ਕੇ। ਜ਼ਰੂਰੀ ਹੈ ਸਾਡੇ ਬੰਦਿਆਂ ਨੂੰ, ਜਥੇਬੰਦੀਆਂ ਨੂੰ ਸੋਚਣਾ ਹੈ ਵੀ ਅਸੀਂ ਬਣਾਉਣਾ ਕੀ ਆ ਅਤੇ ਬਣੂ ਕਿਵੇਂ ਯਾਰ। ਹਰੇਕ ਬੰਦੇ ਨੂੰ ਦੱਸਣਾ ਚਾਹੀਦਾ ਉਹਨਾਂ ਬੰਦਿਆਂ ਨੂੰ ਵੀ ਅਸੀਂ ਬਣਾਉਣਾ ਕੀ ਚਾਹੁੰਦੇ। ਜੇ ਬਿੱਲ ਵਾਪਸ ਵੀ ਹੋ ਜੂ ਤਾਂ ਅਸੀਂ ਖੇਤੀ ਨੂੰ ਕਿਵੇਂ ਲਾਹੇਵੰਦ ਧੰਦਾ ਬਣਾਵਾਂਗੇ, ਅਤੇ ਜੇ ਬਿੱਲ ਜੇ ਰਹਿ ਜਾਂਦਾ, ਜੇ ਮੰਨ ਲਓ ਸਰਕਾਰ ਬਿੱਲ ਵਾਪਸ ਨਹੀਂ ਲੈਂਦੀ, ਫਿਰ ਅਸੀਂ ਕਿਵੇਂ ਸਰਵਾਈਵ ਕਰਾਂਗੇ। ਗੱਲ ਦੋਵੇਂ ਚਾਹੀਦੀਆਂ, ਗੱਲਾਂ ਦੋਵੇਂ ਸਾਨੂੰ ਸਾਡੀ ਪਲੈਨਿੰਗ 'ਚ ਹੋਣੀ ਚਾਹੀਦੀਆਂ। ਅਤੇ ਇਹ ਨਾ ਹੋਵੇ ਵੀ ਬਿੱਲ ਵਾਪਸ ਅਸੀਂ ਕਰਾ ਦਈਏ ਅਤੇ ਫਿਰ ਸਾਡੇ ਕੋਲ ਧੰਦਾ ਉਹੀ ਰਹਿ ਜੇ ਅਤੇ ਮੁੜ ਕੇ ਉਹੀ ਹੋ, ਕਿਉਂਕਿ ਖੇਤੀ ਨੂੰ ਅਪਡੇਟ ਕੀਤੇ ਬਿਨਾਂ, ਧੰਦੇ ਨੂੰ ਅਪਡੇਟ ਸਾਡੇ ਖੇਤੀ ਨੂੰ ਕੀਤੇ ਬਿਨਾਂ ਲਾਹੇਵੰਦ ਅਸੀਂ ਧੰਦਾ ਨਹੀਂ ਬਣਾ ਸਕਦੇ।
ਸਾਨੂੰ ਉਹਨੂੰ ਲਾਹੇਵੰਦ ਬਣਾਉਣਾ ਕਿ ਪੀੜ੍ਹੀ ਦਰ ਪੀੜ੍ਹੀ ਖੇਤੀ ਕਰਦੇ ਹਨ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ,